ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜੋ ਵਿਚਾਰ ਹੈ ਉਹ ਹੈ ਵੀ ਜਦੋਂ ਇੱਕ ਗਾਂ ਇੱਕ ਗਊ ਆਸ਼ਰਮ ਦੇ ਵਿੱਚ ਕਥਾ ਸੁਣਨ ਵਾਸਤੇ ਆਈ। ਪਸ਼ੂਆਂ ਦੇ ਵਿੱਚ ਵੀ ਚਿੰਤਨ ਹੁੰਦਾ ਹੈ। ਗਾਂ ਜਿਹੜੀ ਇਹ ਮਾਨਸਿਕ ਤਲ ਤੇ ਇਨਸਾਨ ਦੇ ਬਹੁਤ ਨੇੜੇ ਹੈ। ਹੋਰ ਜਿਹੜੇ ਪਸ਼ੂ ਪੰਛੀ ਨੇ ਇੰਨਾ ਮਹਿਸੂਸ ਨਹੀਂ ਕਰਦੇ, ਉਹਨਾਂ 'ਚ ਫੀਲਿੰਗਾਂ ਇੰਨੀਆਂ ਨਹੀਂ ਹੁੰਦੀਆਂ ਜਿੰਨੀਆਂ ਗਊ ਦੇ ਵਿੱਚ ਨੇ। ਤਾਂ ਹੀ ਤਾਂ ਸਾਰਾ ਹਿੰਦੂ ਜਗਤ ਗਊ ਦੀ ਪੂਜਾ ਕਰਦਾ ਹੈ। ਗਊ ਬੜੀ ਸੈਂਸਿਟਿਵ ਹੈ। ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ, ਧੰਨ ਗੁਰੂ ਰਾਮਦਾਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਨ ਭਾਵ ਘੰਟੀ ਨੂੰ ਦਬਾ ਲਓ, ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ। ਲਾਈਕ ਕਮੈਂਟ ਕਰਕੇ ਆਪਣਾ ਪਿਆਰ ਤੇ ਆਸ਼ੀਰਵਾਦ ਜ਼ਰੂਰ ਦਿਓ। ਸ਼ੇਅਰ ਕਰਨਾ ਨਾ ਭੁੱਲਣਾ ਤਾਂ ਜੋ ਹੋਰ ਸੰਗਤਾਂ ਦਾ ਵੀ ਭਲਾ ਹੋ ਸਕੇ। ਆਓ ਸ਼ੁਰੂ ਕਰਦੇ ਹਾਂ। ਇੱਕ ਵਾਰ ਇੱਕ ਆਸ਼ਰਮ ਦੇ ਵਿੱਚ ਮਹਾਂਪੁਰਸ਼ ਰਿਸ਼ੀ ਜੀ ਕਥਾ ਕਰਿਆ ਕਰਦੇ ਸੀ। ਰੋਜ਼ ਉਹਨਾਂ ਨੇ ਕਥਾ ਕਰਨੀ। ਖੁੱਲ੍ਹਾ ਵਿਹੜਾ ਸੀ, ਸੰਗਤਾਂ ਨੇ ਬੈਠਣਾ, ਪਰ ਬਾਹਰ ਦਰਵਾਜ਼ੇ ਤੇ ਇੱਕ ਗਊ ਕਥਾ ਸੁਣਨ ਆਇਆ ਕਰਦੀ ਸੀ। ਰੋਜ਼ ਉਸ ਗਊ ਨੇ ਆਉਣਾ, ਬਾਹਰ ਬੈਠ ਜਾਣਾ ਦਰਵਾਜ਼ੇ ਤੇ, ਕਥਾ ਸਮਾਪਤੀ ਹੋਣੀ, ਚਲੇ ਜਾਣਾ। ਮਹੀਨਾ 2 ਮਹੀਨੇ ਇੱਦਾਂ ਹੀ ਹੁੰਦਾ ਰਿਹਾ। ਇੱਕ ਦਿਨ ਸਵਾਮੀ ਜੀ ਕਥਾ ਕਰ ਰਹੇ ਸੀ। ਕਥਾ ਕਰਦਿਆਂ ਕਰਦਿਆਂ ਉਹ ਗਊ ਨੇ ਅੱਜ ਹੀਆ ਕੀਤਾ, ਇੱਕ ਹਿੰਮਤ ਕੀਤੀ ਗਊ ਨੇ, ਉਹ ਅੰਦਰ ਆ ਗਈ। ਤੇ ਸੰਗਤਾਂ ਨੇ ਹਵੜਾ ਦਵੜੀ ਕੀਤੀ, ਵੀ ਭਜਾਉਣ ਦੀ ਕੋਸ਼ਿਸ਼ ਕੀਤੀ, ਵੀ ਪਸ਼ੂ ਅੰਦਰ ਵੜ ਗਿਆ, ਗਾਂ ਨੂੰ ਕੱਢੋ, ਭਜਾਓ। ਤੇ ਸਵਾਮੀ ਜੀ ਨੇ ਰੋਕਤਾ। ਕਹਿਣ ਲੱਗੇ, ਗੁਰਮੁਖੋ, ਤੁਹਾਨੂੰ ਪਤਾ ਹੈ ਰੋਜ਼ ਕਥਾ ਸੁਣਨ ਆਉਂਦੀ ਹੈ, ਅੱਜ ਇਹਦਾ ਮਨ ਕੀਤਾ ਵੀ ਅੰਦਰ ਆ ਕੇ ਸੁਣਾ, ਇਹਨੂੰ ਭਜਾਓ ਨਾ, ਇਹਨੂੰ ਇੱਥੇ ਰਹਿਣ ਦਿਓ। ਉਹ ਗਾਂ ਉੱਥੇ ਟਿਕ ਕੇ ਬੈਠ ਗਈ। ਉੱਥੇ ਹੀ ਟਿਕ ਕੇ ਬੈਠ ਗਈ, ਸਾਰੀ ਕਥਾ ਸੁਣੀ ਤੇ ਆਰਾਮ ਨਾਲ ਚਲੀ ਗਈ। ਦੂਜੇ ਦਿਨ ਵੀ ਇਹ ਹੋਇਆ, ਅੰਦਰ ਆਈ, ਕਥਾ ਹੋਣ ਲੱਗੀ, ਕਥਾ ਸੁਣੀ ਤੇ ਦੂਜੇ ਦਿਨ ਚਲੀ ਗਈ। ਸੰਗਤ ਬੜੀ ਹੈਰਾਨ ਸੀ। ਕੋਈ ਪੂਰਬਲਾ ਜਨਮ, ਕੋਈ ਗਲਤੀ ਹੋ ਜਾਂਦੀ ਹੈ। ਕਥਾ ਸੁਣਨਾ, ਸ਼ੌਂਕ ਨਾਲ ਆਉਣਾ। ਤੇ ਜਦੋਂ ਉਹ ਮਹਾਤਮਾ ਜੀ ਬਜ਼ੁਰਗ ਹੋ ਗਏ, ਅਕਾਲ ਚਲਾਣਾ ਕਰ ਗਏ, ਤੇ ਸਾਧ ਸੰਗਤ ਜੀ ਉਹ ਗਊ ਵੀ ਉਹਨਾਂ ਮਹਾਂਪੁਰਸ਼ਾਂ ਦੇ ਵਿਛੋੜੇ ਵਿੱਚ ਉੱਥੇ ਪ੍ਰਾਣ ਤਿਆਗ ਗਈ। ਇੰਨਾ ਪਿਆਰ। ਇੱਕ ਜਗ੍ਹਾ ਹੋਰ ਆਸ਼ਰਮ ਦੀ ਗੱਲ ਹੈ, ਜਿੱਥੇ ਗਊਸ਼ਾਲਾ ਸੀ। ਮਹਾਂਪੁਰਸ਼ਾਂ ਨੇ 60-70 ਗਾਵਾਂ ਪਾਲੀਆਂ ਹੋਈਆਂ ਸੀ। 60-70 ਗਊਆਂ ਦੀ ਸੇਵਾ ਕਰਦੇ ਸੀ। ਉਹ ਵੀ ਮਹਾਂਪੁਰਸ਼ ਇੱਦਾਂ ਹੀ ਸੀ। ਇਹ ਕੋਈ ਕਥਨੀ ਨਹੀਂ ਹੈ ਜੀ, ਬਿਲਕੁਲ ਸੱਚੀਆਂ ਘਟਨਾਵਾਂ ਨੇ। ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਵੀ ਆਪਣੀ ਕਥਾ ਵਿੱਚ ਇਹ ਵਿਚਾਰ ਰੱਖੀ ਹੈ। ਸਾਧ ਸੰਗਤ ਜੀ, ਇੱਕ ਵਾਰ ਮਹਾਂਪੁਰਸ਼ ਅਕਾਲ ਚਲਾਣਾ ਕਰ ਗਏ ਤੇ ਉੱਥੋਂ ਦੀਆਂ 60-70 ਗਊਆਂ ਨੇ ਤੜਫ ਤੜਫ ਕੇ ਆਪਣੀ ਜਾਨ ਦੇ ਦਿੱਤੀ ਸੀ ਮਹਾਂਪੁਰਸ਼ਾਂ ਦੇ ਵਿਛੋੜੇ ਵਿੱਚ। ਬੁੱਧ ਧਰਮ ਹੈ ਜਿਹੜਾ, ਉਹ ਹਾਥੀ ਦੀ ਪੂਜਾ ਕਰਦਾ ਹੈ, ਹਾਥੀ ਨੂੰ ਮੰਨਦਾ ਹੈ। ਮਹਾਤਮਾ ਬੁੱਧ ਜਦੋਂ ਜੰਗਲਾਂ ਵਿੱਚ ਭਗਤੀ ਕਰਦੇ ਸੀ, ਉਦੋਂ ਇੱਕ ਹਾਥੀ ਉਹਨਾਂ ਨਾਲ ਪ੍ਰੇਮ ਕਰਨ ਲੱਗ ਪਿਆ। ਉਹਨਾਂ ਦਾ ਕਮੰਡਲ ਚੱਕਣਾ ਤੇ ਸਾਫ਼ ਜਲ ਭਰ ਕੇ ਲਿਆਉਂਦਾ ਸੀ। ਉਹਨਾਂ ਲਈ ਆਪਣੀ ਸੁੰਡ ਨਾਲ ਦਰਖਤਾਂ ਤੋਂ ਫਲ ਤੋੜ ਕੇ ਮਹਾਤਮਾ ਬੁੱਧ ਜੀ ਨੂੰ ਉਹ ਖਵਾਇਆ ਕਰਦਾ ਸੀ। ਤੇ ਜਦੋਂ ਰਾਤ ਨੂੰ ਮਹਾਤਮਾ ਬੁੱਧ ਜੀ ਬੰਦਗੀ ਕਰਦੇ ਸੀ, ਸਿਮਰਨ ਕਰਦੇ ਸੀ, ਉਸ ਪਰਮਾਤਮਾ ਦੀ ਯਾਦ ਵਿੱਚ ਜੁੜਦੇ ਸੀ, ਤਾਂ ਉਹ ਹਾਥੀ ਪਹਿਰੇਦਾਰੀ ਕਰਦਾ ਸੀ। ਤੇ ਸਾਧ ਸੰਗਤ ਜੀ, ਉਹ ਰਾਤ ਨੂੰ ਪਹਿਰੇਦਾਰੀ ਕਰਿਆ ਕਰਦਾ ਸੀ। ਹਾਥੀ ਦਾ ਮਹਾਤਮਾ ਬੁੱਧ ਜੀ ਨਾਲ ਬਹੁਤ ਪ੍ਰੇਮ ਸੀ। ਪਰ ਜਦੋਂ ਮਹਾਤਮਾ ਬੁੱਧ ਜੀ ਨੇ ਆਪਣੀ ਬੰਦਗੀ ਕਰਕੇ ਜੰਗਲ ਵਿੱਚੋਂ ਜਾਣਾ ਕੀਤਾ, ਤਾਂ ਉਸ ਹਾਥੀ ਨੇ ਮਹਾਤਮਾ ਬੁੱਧ ਜੀ ਦੀ ਯਾਦ ਵਿੱਚ ਤੜਫ ਤੜਫ ਕੇ, ਵਿਛੋੜੇ ਵਿੱਚ ਤੜਫ ਤੜਫ ਕੇ ਆਪਣੀ ਜਾਨ ਦੇਤੀ ਉੱਥੇ। ਉਹ ਹਾਥੀ ਕਹਿਣਾ ਚਾਹੁੰਦਾ ਸੀ ਕਿ ਮੈਂ ਤੁਹਾਡੇ ਤੋਂ ਬਗੈਰ ਜਿਉਂਦਾ ਨਹੀਂ ਰਹਿ ਸਕਦਾ। ਇੰਨਾ ਪ੍ਰੇਮ ਹਾਥੀ ਨੇ ਪਾ ਲਿਆ ਸੀ। ਸੋ ਗਊ ਬੜੀ ਸੈਂਸਿਟਿਵ ਹੈ, ਆਪਣੇ ਮਾਨਸਿਕ ਤਲ ਤੇ ਇਨਸਾਨ ਦੇ ਬਹੁਤ ਨੇੜੇ ਹੈ। ਜਿੰਨਾ ਦੁੱਖ ਗਊ ਮਾਤਾ ਮਹਿਸੂਸ ਕਰਦੀ ਹੈ, ਉਨਾ ਹੋਰ ਪਸ਼ੂ ਪੰਛੀ ਨਹੀਂ ਮਹਿਸੂਸ ਕਰਦੇ। ਕਿਉਂਕਿ ਬੁੱਧ ਧਰਮ ਵਾਲੇ ਮੰਨਦੇ ਨੇ ਕਿ ਹਾਥੀ ਸੋਚਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਬਾਣੀ ਵਿੱਚ ਕਹਿੰਦੇ ਨੇ, ਜਬ ਹੀ ਸ਼ਰਨ ਗਹੀ ਕਿਰਪਾ ਨਿੱਧ ਗਜ ਗਰਾਹ ਤੇ ਛੂਟਾ। ਗਜ ਦਾ ਭਾਵ ਹੁੰਦਾ ਹਾਥੀ। ਕਹਿੰਦੇ ਹਾਥੀ ਨੇ ਅਰਦਾਸ ਕੀਤੀ, ਮੈਨੂੰ ਬਚਾ ਲੈ, ਤੇ ਪਰਮਾਤਮਾ ਨੇ ਹਾਥੀ ਨੂੰ ਬਚਾਇਆ।
ਇਸੇ ਲਈ ਉਹ ਹਾਥੀ ਦੀ ਪੂਜਾ ਕਰਦੇ, ਉਹਨੂੰ ਮੰਨਦੇ ਆ। ਆਪ ਜੀ ਨੇ ਸੰਗਤ ਜੀ ਬੜੇ ਤੋਤੇ ਵੇਖੇ ਹੋਣਗੇ ਜੋ ਬੋਲ ਲੈਂਦੇ ਨੇ। ਬੜੇ ਤੋਤੇ ਗੁਰਦੁਆਰਿਆਂ 'ਚ ਵੀ ਨੇ, ਕਈ ਥਾਵਾਂ 'ਤੇ ਵੀਡੀਓ ਵਾਇਰਲ ਹੋਈਆਂ ਆਪਾਂ ਦੇਖੀਆਂ ਨੇ, ਜਿਹਦੇ ਵਿੱਚ ਤੋਤਾ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਜਪਦਾ। ਇੱਕ ਤੋਤਾ ਕਹਿ ਰਿਹਾ ਸੀ ਧੰਨ ਧੰਨ ਬਾਬਾ ਦੀਪ ਸਿੰਘ ਜੀ। ਬੜੇ ਤੋਤੇ ਨੇ ਜਿਹੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਨੇ। ਤੋਤੇ ਵੇਖੋ ਉਹ ਗੱਲਾਂ ਵੀ ਕਰ ਲੈਂਦੇ ਨੇ। ਵੇਖੋ ਮਾਲਕ ਨੇ ਵੇਖੋ ਉਹਨਾਂ ਨੂੰ ਕਿੰਨਾ ਗੁਣ ਬਖਸ਼ਿਆ ਹੈ। 10ਵੇਂ ਪਾਤਸ਼ਾਹ ਨੇ 6ਵੇਂ ਪਾਤਸ਼ਾਹ ਜੀ ਨੇ ਬਾਜ਼ ਰੱਖਿਆ। ਬਾਜ਼ ਵੀ ਗੁਰਾਂ ਨਾਲ ਪ੍ਰੇਮ ਕਰਦਾ ਸੀ, ਗੁਰਾਂ ਨੇ ਹੱਥ ਤੇ ਬਿਠਾ ਕੇ ਰੱਖਿਆ। ਗੁਰੂ ਜੀ ਨੇ ਘੋੜੇ ਰੱਖੇ। ਘੋੜਾ ਬੜਾ ਕਹਿੰਦੇ ਸੂਖਸ਼ਮ ਹੈ, ਘੋੜਾ ਵੀ ਬਹੁਤ ਸੋਚਦਾ ਹੈ, ਘੋੜਾ ਫੀਲ ਕਰਦਾ ਹੈ ਦੁੱਖ ਨੂੰ। ਸਾਧ ਸੰਗਤ ਜੀ ਆਪਾਂ ਤਾਂ ਫਿਰ ਵੀ ਇਨਸਾਨ ਹੈ, ਆਪਾਂ ਉਹਨਾਂ ਪਸ਼ੂਆਂ ਤੋਂ ਸਿੱਖਿਆ ਲਈਏ। ਉਹ ਪਸ਼ੂ ਹੋ ਕੇ ਵੀ ਗੁਰੂਆਂ ਦੇ ਨੇੜੇ, ਪੀਰਾਂ ਦੇ ਨੇੜੇ, ਸੰਤਾਂ ਦੀ ਸੇਵਾ ਕਰਦੇ ਆ। ਘੋੜੇ ਨੇ ਗੁਰੂ ਜੀ ਦੀ ਸੇਵਾ ਕੀਤੀ, ਕਿਉਂ ਗੁਰੂ ਸਾਹਿਬ ਉੱਤੇ ਬੈਠਦੇ ਤੇ ਘੋੜਾ ਵੀ ਉਹਨਾਂ ਦੇ ਕੰਮ ਆ ਰਿਹਾ। ਬਾਜ਼ ਆਪਣੀ ਡਿਊਟੀ ਕਰਦਾ ਸੀ। ਸੋ ਸਾਧ ਸੰਗਤ ਜੀ, ਹਾਥੀ ਨੇ ਸੇਵਾ ਕੀਤੀ, ਗਊ ਨੇ ਕੀਤੀ। ਗਊ ਸਾਨੂੰ ਦੁੱਧ ਦਿੰਦੀ ਹੈ। ਮਹਾਰਾਜ ਕਹਿੰਦੇ ਦੁੱਧ ਅੰਮ੍ਰਿਤ ਸਮਾਨ ਹੈ। ਪਸ਼ੂ ਮਿਲੈ ਚੰਗਿਆਈਆਂ ਖੜ ਖਾਵਹਿ ਅੰਮ੍ਰਿਤ ਦੇ। ਕਹਿੰਦੇ ਪਸ਼ੂ ਘਾਹ ਫੂਸ ਖਾ ਕੇ ਵੀ ਸਾਨੂੰ ਅੰਮ੍ਰਿਤ ਵਰਗਾ ਦੁੱਧ ਦਿੰਦੇ ਨੇ, ਐਡੇ ਚੰਗੇ ਨੇ। ਤੇ ਆਪਾਂ ਤਾਂ 36 ਪ੍ਰਕਾਰ ਦੇ ਭੋਜਨ ਖਾ ਕੇ ਵੀ ਉਸ ਪਰਮਾਤਮਾ ਦਾ ਸ਼ੁਕਰ ਨਹੀਂ ਕਰਦੇ, ਧੰਨਵਾਦ ਨਹੀਂ ਕਰਦੇ। ਜਿਹੇ ਪ੍ਰਸ਼ਾਦ 36 ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਹੇ। ਜਿਹੜੇ ਪਰਮਾਤਮਾ ਨੇ ਸਾਨੂੰ 36 ਤਰ੍ਹਾਂ ਦੇ ਭੋਜਨ ਖਾਣ ਨੂੰ ਦਿੱਤੇ ਨੇ, ਆਪਾਂ ਉਹਦਾ ਕਦੇ ਸ਼ੁਕਰਾਨਾ ਹੀ ਨਹੀਂ ਕੀਤਾ। ਕਹਿੰਦੇ ਜੀਵ ਜੰਤੂ ਨੀਵੀਂ ਪਾ ਕੇ ਝੁੱਕ ਕੇ ਇਸ ਧਰਤੀ ਤੋਂ ਅੰਨ ਦਾਣੇ ਚੁਗਦੇ ਨੇ ਤੇ 100 ਵਾਰ ਸੀਸ ਝੁਕਾ ਕੇ ਉਸ ਪਰਮਾਤਮਾ ਦਾ ਸ਼ੁਕਰ ਕਰਦੇ ਆ। ਤੇ ਅਸੀਂ ਵੀ ਸ਼ੁਕਰ ਕਰਿਆ ਕਰੀਏ, ਵਾਹਿਗੁਰੂ ਪਰਮਾਤਮਾ ਤੂੰ ਸਾਨੂੰ ਐਡਾ ਸੋਹਣਾ ਜੀਵਨ ਦਿੱਤਾ, ਇਸ ਸੰਸਾਰ ਤੇ ਅਸੀਂ ਆਏ, ਐਡੀ ਸੋਹਣੀ ਦੁਨੀਆ ਸਾਨੂੰ ਵਿਖਾਈ, ਸੋਹਣਾ ਸਰੀਰ ਦਿੱਤਾ। ਸ਼ੁਕਰ ਕਰਿਆ ਕਰੀਏ, ਧੰਨਵਾਦ ਕਰਿਆ ਕਰੀਏ। ਗਊ, ਹਾਥੀ, ਘੋੜਾ ਪਸ਼ੂ ਹੋ ਕੇ ਵੀ ਸੇਵਾ, ਇਨਸਾਨੀਅਤ ਦੇ ਨੇੜੇ ਨੇ, ਗੁਰੂ ਦੇ ਨੇੜੇ ਨੇ। ਉਹਨਾਂ ਨੇ ਸਾਧੂਆਂ ਦੇ ਜਾਣ ਦਾ ਦੁੱਖ ਮਨਾਇਆ, ਅਸੀਂ ਨਹੀਂ ਦੁੱਖ ਮਨਾਉਂਦੇ। ਪਰ ਮਹਾਰਾਜ ਜੀ ਦੀ ਬਾਣੀ ਕਹਿੰਦੀ ਕੁਝ ਮਨੁੱਖ ਇਹੋ ਜਿਹੇ ਵੀ ਹੁੰਦੇ ਆ, ਬਾਹਰੀ ਤੌਰ ਤੇ ਸਰੀਰ ਤਾਂ ਮਨੁੱਖਾਂ ਵਾਲਾ ਹੈ, ਮਨ ਕਰਕੇ ਉਹ ਪਸ਼ੂ ਹੁੰਦੇ ਨੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੈ ਦਿਨ ਰਾਤ। ਕਈ ਵਾਰ ਬੰਦਾ ਹੋ ਕੇ ਵੀ ਕਈ ਪਸ਼ੂ ਹੁੰਦੇ ਆ, ਤੇ ਕਈ ਪਸ਼ੂ ਹੋ ਕੇ ਵੀ ਬੰਦਿਆਂ ਨਾਲੋਂ ਜ਼ਿਆਦਾ ਸੰਜੀਦਗੀ, ਜ਼ਿਆਦਾ ਦੀਰਘ ਸੋਚ ਉਹਨਾਂ ਕੋਲ। ਇਸੇ ਲਈ ਆਪਾਂ ਬੰਦੇ ਨੂੰ ਕਹਿੰਦੇ ਆ ਬੰਦਾ ਬਣ ਜਾ। ਕਦੇ ਪਸ਼ੂ ਨੂੰ, ਗਾਂ ਨੂੰ ਥੋੜੀ ਕਹਿਣਾ ਪਵੇ ਗਾਂ ਬਣ, ਘੋੜਾ ਬਣ। ਘੋੜਾ ਹੈ ਤਾਂ ਘੋੜਾ ਬਣ, ਗਧਾ ਹੈ ਤਾਂ ਗਧਾ ਬਣ। ਨਹੀਂ, ਪਰ ਬੰਦਾ ਹੋ ਕੇ ਬੰਦਾ ਨਹੀਂ ਰਿਹਾ, ਪਸ਼ੂ ਬਣ ਗਿਆ। ਤਾਂ ਹੀ ਬੰਦੇ ਨੂੰ ਕਹਿਣਾ ਪੈਂਦਾ ਵੀ ਬੰਦਾ ਬਣ। ਸੋ ਸਾਧ ਸੰਗਤ ਜੀ, ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਵਿਚਾਰ ਕਰਦੇ ਹਾਂ ਬਹੁਤ ਗਲਤੀਆਂ ਹੋ ਜਾਂਦੀਆਂ ਹਨ, ਬਖਸ਼ ਲੈਣਾ। ਕਮੈਂਟ ਵਿੱਚ ਜਾ ਕੇ ਵਾਹਿਗੁਰੂ ਜ਼ਰੂਰ ਲਿਖਣਾ। ਜੇਕਰ ਤੁਹਾਡਾ ਕੋਈ ਸਵਾਲ ਹੈ, ਕਮੈਂਟ ਵਿੱਚ ਆਪਣਾ ਸਵਾਲ ਜ਼ਰੂਰ ਲਿਖਿਓ। ਸਾਡੇ ਨਾਲ ਜੁੜੇ ਰਹੋ। ਸਮੁੱਚੀ ਹੀ ਟੀਮ ਨੂੰ ਆਸ਼ੀਰਵਾਦ ਜ਼ਰੂਰ ਦਿਓ, ਤਾਂ ਜੋ ਇਸੇ ਤਰ੍ਹਾਂ ਧਰਮ ਦੇ ਪ੍ਰਚਾਰ ਦੀ ਸੇਵਾ ਕਰਦੀ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।